ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣਾ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰਾਂ ਅੰਗਦ ਦੁਖ ਨਿਕੰਦਨਾ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਨ ਕੇ ਨਾਸਕ ਬਿਗਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮ ਓੰਕਾਰ ਜੋਰੀ ਨਾਮ ਓੰਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਥਿਰ ਚਿਤ ਹੈਵ ਕੈ ਸਦਨ ਪਧਾਰੋ। ਪੌਢੋ ਬਸਨ ਬਦਨ ਪਰ ਧਾਰੋ। ਤਿਆਗਣ ਕਰੋ ਸੁਖੈਨ ਸਰੀਰ। ਪੁੱਤਰ ਬਿਠਾਏ ਆਪਣੇ ਤੀਰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਿਰ ਚਿਤ ਹੈਵ ਕੈ ਸਦਨ ਪਧਾਰੋ। ਪੌਢੋ ਬਸਨ ਸਦਨ ਪਰ ਧਾਰੋ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਗੁਰੂ ਘਰ ਦਾ ਕੀਰਤਨੀਆ ਰਬਾਬੀ ਭਾਈ ਬਾਬਕ ਜੀ ਸਤਿਗੁਰੂ ਦੇ ਚਰਨਾਂ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਕਿ ਹੁਣ ਸਾਈਂ ਦੀ ਸਾਧ ਆ ਗਈ ਹੈ, ਸਰੀਰ ਨੂੰ ਛੱਡ ਕੇ ਪ੍ਰਲੋਕ ਜਾਣਾ, ਆਪ ਜੀ ਦੀ ਆਗਿਆ ਲੈਣ ਆਇਆ। ਜਿਹੜੇ ਭਾਈ ਬਾਬਕ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਿਰਫ ਕੀਤਾ ਹੀ ਨਹੀਂ, ਸਿਰਫ ਕਰਕੇ ਦੂਸਰਿਆਂ ਨੂੰ ਸੁਣਾਇਆ ਹੀ ਨਹੀਂ, ਉਹਨੂੰ ਜੀਵਨ ਵਿੱਚ ਕਮਾਇਆ ਵੀ ਸੀ। ਸਤਿਗੁਰੂ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਕਿ ਭਾਈ ਜਿਨ੍ਹਾਂ ਨੇ ਵੀ ਰੱਬ ਦੇ ਪਰਮੇਸ਼ਰ ਦੀ ਕੀਰਤੀ ਕੀਤੀ, ਗੁਰੂ ਦੀ ਬਾਣੀ ਦਾ ਕੀਰਤਨ ਕੀਤਾ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ ਹੈ। ਭਾਈ ਬਾਬਕ ਤੇਰਾ ਵੀ ਸੰਸਾਰ ਤੇ ਆਉਣਾ ਧੰਨ ਹੈ, ਸਫਲ ਹੋਇਆ ਹੈ। ਤੇ ਉਹਦੀ ਕੀਰਤੀ ਕਰਦੇ ਹੋਏ ਸਰੀਰ ਨੂੰ ਛੱਡੀ, ਫਿਰ ਇੱਕ ਵਾਰੀ ਕੀਰਤਨ ਕਰਕੇ ਸੁਣਾਓ। ਉੱਥੇ ਭਾਈ ਬਾਬਕ ਨੇ ਕੀਰਤਨ ਵੀ ਕੀਤਾ ਤੇ ਵਿਦਿਆ ਲੈ ਕੇ ਆਪਣੇ ਪੁੱਤਰ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਈ। ਸਤਿਗੁਰੂ ਦੇ ਚਰਨਾਂ 'ਚ ਮੱਥਾ ਟਿਕਾ ਕੇ ਕਹਿੰਦਾ, ਸਤਿਗੁਰੂ ਜੀ ਮੇਰਾ ਪੁੱਤਰ ਹੈ, ਰਾਗ ਦੀ ਵਿਦਿਆ ਜਾਣਦਾ ਹੈ, ਪਰ ਇਹਦੇ ਤੇ ਕਿਰਪਾ ਇਸੇ ਤਰ੍ਹਾਂ ਕਰਕੇ ਰੱਖਿਓ ਜਿਵੇਂ ਮੇਰੇ ਤੇ ਕੀਤੀ। ਆਪਣਾ ਸੇਵਕ ਬਣਾ ਕੇ ਦਰ ਕਰਦਾ ਰੱਖਿਓ। ਔਰ ਸਤਿਗੁਰੂ ਜੀ ਨੇ ਤੇਥੋਂ ਦਾ ਕਿਰਪਾ ਕਰ ਦਿੱਤੀ ਵੀ ਸਾਡੇ ਸਰੀਰ ਛੱਡਣ ਤੋਂ ਬਾਅਦ ਵੀ ਕੀਰਤਨ ਕਰਦਾ ਰਹੇਗਾ, ਪੁਸਤਾਂ ਤੱਕ ਤੁਹਾਡੀ ਸਾਂਝ ਬਣੀ ਰਹੇਗੀ। ਭਾਈ ਬਾਬਕ ਨੂੰ ਹੁਣ ਗੁਰੂ ਸਾਹਿਬ ਜੀ ਨੇ ਆਗਿਆ ਦਿੱਤੀ ਸਮਾਂ ਪਾ ਕੇ। ਸਤਿਗੁਰੂ ਕਹਿੰਦੇ ਨੇ ਭਾਈ ਬਾਬਕ ਜੀ ਆਪਣੇ ਚਿੱਤ ਨੂੰ ਇੱਕ ਥਾਂ ਤੇ ਟਿਕਾ ਕੇ ਰੱਖਿਓ, ਆਪਣੇ ਘਰ ਜਾਓ। ਸਮਾਂ ਤੁਹਾਨੂੰ ਪਤਾ, ਜਦੋਂ ਸਮਾਂ ਨੇੜੇ ਆਵੇ ਬਸਤਰ ਵਿਛਾ ਕੇ ਲੇਟ ਜਾਓ। ਤਿਆਗਣ ਕਰੋ ਸੁਖੈਨ ਸਰੀਰ, ਪੁੱਤਰ ਬਿਠਾਏ ਆਪਣੇ ਤੀਰ।
ਆਪਣੇ ਇਸ ਪੁੱਤਰ ਨੂੰ ਬਾਕੀ ਦੇ ਪੁੱਤਰਾਂ ਨੂੰ ਵੀ ਆਪਣੇ ਕੋਲ ਬਿਠਾ ਲਿਓ। ਸਰੀਰ ਛੱਡਣ ਲੱਗਿਆ ਬੜੇ ਸੌਖੇ ਢੰਗ ਨਾਲ ਤੁਸੀਂ ਛੱਡ ਜਾਣਾ ਹੈ। ਸੁਣ ਆਇਸ ਸਤਿਗੁਰੂ ਤੇ ਚੱਲਿਓ, ਜਾਤੇ ਮਲਕ ਸੰਗ ਪੁਣ ਮਿਲਿਓ। ਸਤਿਗੁਰੂ ਦੀ ਆਗਿਆ ਲੈ ਕੇ ਭਾਈ ਬਾਬਕ ਘਰ ਨੂੰ ਚੱਲਿਆ ਤੇ ਸਭ ਤੋਂ ਪਹਿਲੋਂ ਜਾ ਕੇ ਭਾਈ ਜਾਤੀ ਮਲਕ ਨੂੰ ਮਿਲਿਆ ਹੈ, ਕਿਉਂਕਿ ਭਾਈ ਜਾਤੀ ਮਲਕ ਵੀ ਗੁਰੂ ਦਾ ਸਿੱਖ ਹੈ, ਸੂਰਬੀਰ ਯੋਧਾ ਹੈ। ਤੇ ਭਾਈ ਬਾਬਕ ਦਾ ਭਾਈ ਜਾਤੀ ਮਲਕ ਦੇ ਨਾਲ ਬਹੁਤਾ ਉੱਠਣਾ ਬੈਠਣਾ ਸੀ। ਕਹਿ ਲਈ ਕਿ ਇੱਕ ਤਰ੍ਹਾਂ ਦੇ ਉਹ ਮਿੱਤਰ ਸਨ, ਯਾਰ ਦੋਸਤ ਵੀ ਸਨ, ਗੁਰ ਭਾਈ ਵੀ ਸਨ। ਮ੍ਰਿਦਲ ਬਾਕ ਕਹਿ ਪੈਰੇ ਪਾਣਾ, ਮੈਂ ਅਬ ਆਪਣੋ ਕਰੂ ਪਿਆਣਾ। ਔਰ ਜਿਵੇਂ ਅੱਜ ਸਿੱਖ ਨੂੰ ਸਿੱਖ ਮਿਲਦਾ ਹੈ ਤੇ ਗੁਰਸਿੱਖ ਨੂੰ ਗੁਰਸਿੱਖ ਮਿਲ ਕੇ ਕੀ ਕਹਿੰਦਾ ਜੀ, ਦੋਵੇਂ ਹੱਥ ਜੁੜੇ ਹੁੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਕਿ ਗੁਰੂ ਦੀ ਫਤਿਹ ਹੈ। ਉਸ ਸਮੇਂ ਸਿੱਖ ਨੂੰ ਮਿਲਦਾ ਸੀ ਤੇ ਇਹ ਵਰਤਿਆ ਜਾਂਦਾ ਸੀ ਕਿ ਭਾਈ ਸਿੱਖਾ ਪੈਰੀ ਪਾਉਣਾ। ਥੋੜ੍ਹਾ ਜਿਹਾ ਝੁਕਦੇ ਵੀ ਸਨ ਤੇ ਜੇ ਕੋਈ ਉਮਰ ਕਰਕੇ ਵੱਡਾ ਹੁੰਦਾ ਸੀ ਪੈਰੀ ਹੱਥ ਵੀ ਲਾਉਂਦੇ ਸਨ। ਬੜੇ ਮਿੱਠੇ ਬੋਲ ਬੋਲੇ ਤੇ ਭਾਈ ਬਾਬਕ ਜੀ ਕਹਿੰਦਾ ਕਿ ਭਾਈ ਜਾਤੀ ਜੀ ਹੁਣ ਅਸੀਂ ਚੱਲੇ ਹਾਂ, ਸਾਈਂ ਦੀ ਸੱਦ ਆ ਗਈ ਹੈ, ਸਰੀਰ ਨੂੰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਸਦਾ ਲਈ ਸਮਾ ਜਾਣਾ ਹੈ। ਉਤੇ ਹਮਾਰੇ ਭਾਗ ਬਿਲੰਦ, ਜਿਸ ਤੇ ਟਿਕ ਸ੍ਰੀ ਹਰਗੋਬਿੰਦ। ਤੇ ਭਾਈ ਬਾਬਕ ਜੀ ਕਹਿੰਦੇ ਨੇ ਭਾਈ ਜਾਤੀ ਮਲਕ ਜੀ ਸਾਡੇ ਭਾਗ ਹੀ ਵੱਡੇ ਨੇ ਕਿ ਜਿਨ੍ਹਾਂ ਦੇ ਕੋਲ ਸਦਾ ਹੀ ਸਾਡੇ ਸਮਰੱਥ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ। ਜਾਤੇ ਮਲਕ ਕਹਿਓ ਤੁਵ ਧਨ, ਅੰਤ ਸਮੇਂ ਕਰ ਗੁਰੂ ਪ੍ਰਸੰਨ। ਭਾਈ ਜਾਤੀ ਜੀ ਨੇ ਵੀ ਕਿਹਾ ਕਿ ਭਾਈ ਬਾਬਕ ਜੀ ਤੂੰ ਧਨ ਹੈ, ਗੁਰੂ ਕੇ ਜਸ ਦਾ ਕੀਰਤਨ ਕੀਤਾ, ਗੁਰੂ ਦੇ ਸ਼ਬਦਾਂ ਦਾ ਗਾਇਨ ਕਰਕੇ ਤੂੰ ਗੁਰੂ ਸਾਹਿਬ ਜੀ ਨੂੰ ਅੰਤ ਸਮੇਂ ਤੱਕ ਬੜਾ ਪ੍ਰਸੰਨ ਕੀਤਾ ਹੈ। ਚੱਲਿਓ ਚਾਹੇ ਪਰ ਲੋਕ ਮਝਾਰਾ, ਜਹ ਕੋ ਗਮਨ ਸਭਨ ਸਿਰ ਧਾਰਾ। ਸਤਿਗੁਰੂ ਜੀ ਭਾਈ ਜਾਤੀ ਮਲਕ ਜੀ ਕਹਿੰਦੇ ਨੇ ਕਿ ਭਾਈ ਬਾਬਕ ਜੀ ਹੁਣ ਪਰਲੋਕ ਜਾਣਾ ਚਾਹੁੰਦੇ ਹੋ, ਚਲੋ ਕੋਈ ਨਹੀਂ, ਜਹ ਕੋ ਗਮਨ ਸਭਨ ਸਿਰ ਧਾਰਾ, ਉੱਥੇ ਤਾਂ ਸਭ ਨੇ ਜਾਣਾ ਹੈ, ਜਿਵੇਂ ਜਿਵੇਂ ਵਾਰੀ ਆਏਗੀ ਸਭ ਨੇ ਜਾਣਾ ਹੈ। ਇਹ ਨਹੀਂ ਕੀਤਾ ਕਿ ਬੜਾ ਮਾੜਾ ਕੰਮ ਹੋਇਆ, ਮਿੱਤਰ ਨੇ ਦੋਸਤ ਨੇ। ਪਰ ਭਾਈ ਜਾਤੀ ਜੀ ਫਿਰ ਵੀ ਕਹਿੰਦੇ ਕੋਈ ਨਹੀਂ, ਸਾਈਂ ਦੀ ਸਾਦਾ ਹੀ ਤੇ ਜਾਣਾ ਤੇ ਸਭ ਨੇ ਹੈ। ਨਾਲ ਹੀ ਅਗਲਾ ਬਚਨ ਕਹਿ ਦਿੱਤਾ, ਮੈਂ ਤਨ ਤਿਆਗਿਓ ਦੇਰ ਨ ਕੋਈ, ਕੇਤਕ ਦਿਵਸ ਆਇਓ ਹੋਈ। ਭਾਈ ਜਾਤੀ ਮਲਕ ਜੀ ਕਹਿੰਦੇ ਤੁਸੀਂ ਚੱਲੋ, ਮੈਂ ਵੀ ਤੁਹਾਡੇ ਪਿੱਛੇ ਆਇਆ, ਮੇਰੇ ਵੀ ਥੋੜ੍ਹੇ ਦਿਨ ਰਹਿ ਗਏ ਨੇ। ਕਿਉਂਕਿ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਵੀ ਸਰੀਰ ਛੱਡ ਕੇ ਤੁਹਾਡੇ ਕੋਲ ਆ ਜਾਣਾ, ਥੋੜ੍ਹੇ ਦਿਨ ਦੀ ਗੱਲ ਹੈ। ਪੁਨ ਬਾਪਕ ਸਤ ਸੰਗਤ ਸਾਰੇ, ਮਿਲ ਮਿਲ ਭਲੇ ਬੰਧਨਾ ਧਾਰੇ। ਫਿਰ ਭਾਈ ਬਾਬਕ ਜੀ ਸਾਰੀ ਸੰਗਤ ਨੂੰ ਮਿਲਿਆ ਜੀ, ਕਿਉਂਕਿ ਭਾਈ ਬਾਬਕ ਨੂੰ ਸਾਰੇ ਸਿੱਖ ਸਾਰੀ ਸੰਗਤ ਜਾਣਦੇ ਸੀ, ਕੀਰਤਨੀਆਂ ਸੀ। ਸੰਗਤ ਦੀ ਅਸੀਸ ਵੀ ਲਈ ਕਿ ਸੰਗਤ ਨੂੰ ਬੇਨਤੀ ਕੀਤੀ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਭਾਵੇਂ। ਇਹ ਸ਼ਬਦ ਅਸੀਂ ਜਦੋਂ ਕੋਈ ਮਰ ਜਾਏ ਤੇ ਮਰਨ ਤੋਂ ਬਾਅਦ ਪੜ੍ਹਦੇ ਹਾਂ, ਪਰ ਇਹ ਅਸੀਸਾਂ ਪਹਿਲੂ ਲੈ ਕੇ ਜਾਂਦੇ ਨੇ ਜਿਹੜੇ ਗੁਰਮੁਖ ਪਿਆਰੇ ਨੇ। ਲੈ ਸਬਣ ਤੇ ਖੁਸ਼ੀ ਵਿਸਾਲਾ, ਲੈ ਸੁਤ ਸੰਗ ਸਦਨ ਕੋ ਚਾਲਾ। ਭਾਈ ਬਾਬਕ ਨੇ ਸਾਰੇ ਤੋਂ ਬੜੀਆਂ ਖੁਸ਼ੀਆਂ ਲਈਆਂ ਜੀ, ਸਭ ਨੇ ਅਸੀਸਾਂ ਦਿੱਤੀਆਂ। ਆਪਣੇ ਪੁੱਤਰ ਨੂੰ ਲੈ ਕੇ ਭਾਈ ਬਾਬਕ ਜੀ ਆਪਣੇ ਘਰ ਨੂੰ ਗਿਆ ਹੈ। ਆਏ ਭਾਰਜਾ ਬਹੁ ਸਮਝਾਏ, ਹਮਰੇ ਸਿਰ ਪਰ ਨਿਤ ਗੁਰ ਸਾਈ। ਘਰ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਣੀ ਭਾਰਜਾ ਆਪਣੀ ਘਰਵਾਲੀ ਨੂੰ ਚੰਗੀ ਤਰ੍ਹਾਂ ਸਮਝਾਇਆ, ਕਿਉਂਕਿ ਭਾਈ ਜਾਤੀ ਮਲਕ ਨੂੰ ਤਾਂ ਮਿਲਦਿਆਂ ਨਾਲ ਕਹਿ ਦਿੱਤਾ ਨਾ ਅਸੀਂ ਸਰੀਰ ਛੱਡ ਕੇ ਚੱਲੇ ਆ, ਕਿ ਪਤਾ ਸੀ ਇਹ ਘਰਵਾਲੀ ਹੈ, ਬੀਬੀ ਹੈ, ਇਹਨੂੰ ਇੱਕਦਮ ਕਿਹਾ ਤੇ ਸ਼ਾਇਦ ਫਿਰ ਸਮਝਾਉਣਾ ਹੀ ਔਖਾ ਹੋ ਜੇ। ਪਹਿਲੋਂ ਨੇ ਦੱਸਿਆ ਕਿ ਸਰੀਰ ਛੱਡ ਕੇ ਜਾਣਾ, ਜਾ ਕੇ ਸਮਝਾਇਆ ਕਿ ਭਗਵਾਨ ਨੇ ਸਾਡੇ ਸਿਰ ਦੇ ਉੱਤੇ ਸਦਾ ਹੀ ਸਾਡਾ ਸਾਈਂ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਗੁਰੂ ਘਰ ਦੀ ਸਾਡੇ ਤੇ ਸਦਾ ਹੀ ਕਿਰਪਾ ਹੈ। ਕਿਸੇ ਬਾਤ ਕੋ ਨਹਿ ਅੰਦੇਸ਼ਾ, ਦੋ ਲੋਕਣ ਕੇ ਕਟੇ ਕਲੇਸ਼ਾ। ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਰੱਖਣਾ,
ਗੁਰੂ ਸਾਹਿਬ ਨੇ ਤਾਂ ਸਾਡੇ ਕਿਰਪਾ ਕੀਤੀ, ਸਾਡੇ ਕੁੱਲ ਨੂੰ ਤਾਰ ਦਿੱਤਾ ਹੈ। ਸਾਡਾ ਲੋਕ ਅਤੇ ਪ੍ਰਲੋਕ ਦੇ ਦੋਵਾਂ ਲੋਕਾਂ ਦੇ ਜਿਹੜੇ ਕਲੇਸ਼ ਕੱਟ ਕੇ ਰੱਖ ਦਿੱਤੇ ਨੇ। ਦੋਏ ਜਾਮ ਨਿਜ ਧਾਮ ਬਿਤਾਏ, ਪੁਨ ਮੁਖ ਕੇ ਦੁੱਤ ਕਛੁਕ ਮਿਲਾਏ। ਭਾਈ ਬਾਬਕ ਜੀ 2 ਪੈਰ ਘਰ ਦੇ ਵਿੱਚ ਰਹੇ, ਲਗਭਗ 6 ਘੰਟੇ ਲਾਓ, 5-6 ਘੰਟੇ। ਔਰ ਗੁਰੂ ਘਰ ਦੀਆਂ ਸਿਫਤਾਂ ਘਰ ਵਾਲੀ ਨਾਲ ਕੀਤੀਆਂ। ਸਮਾਂ ਆਇਆ ਤੇ ਫਿਰ ਸਮਝਾਇਆ ਕਿ ਚਿੰਤਾ ਨਹੀਂ ਕਰਨੀ, ਦੇਖੋ ਸਰੀਰ ਨੂੰ ਛੱਡ ਕੇ ਜਾਣਾ ਹੈ, ਸਾਈਂ ਦੀ ਸਾਦਾ ਹੀ ਹੈ। ਮੈਂ ਚੱਲਿਆ ਤੇ ਗੁਰੂ ਦੀ ਕਿਰਪਾ ਤੁਹਾਡੇ ਤੇ ਬਣੀ ਰਹਿਣੀ ਹੈ, ਮੇਰੇ ਪਿੱਛੋਂ ਤੁਸੀਂ ਰੋਣਾ ਨਹੀਂ। ਜਾਣਿਓ ਪ੍ਰਾਣ ਅੰਤ ਅਬ ਹੈ ਵਹਿ, ਸਤਨਾਮ ਸਿਮਰਤ ਗੁਣ ਗੈ ਹੈ। ਭਾਈ ਬਾਬਕ ਨੇ ਜਾਣਿਆ ਕਿ ਬਸ ਹੁਣ ਅੰਤਲਾ ਸਮਾਂ ਆ ਗਿਆ ਹੈ। ਭਾਈ ਬਾਬਕ ਨੇ ਆਪਣੇ ਘਰ ਵਾਲੀ ਨੂੰ, ਪੁੱਤਰਾਂ ਨੂੰ ਕੋਲ ਬਿਠਾਇਆ, ਆਪ ਚਾਦਰ ਵਿਛਾਈ ਉੱਤੇ ਲੰਮੇ ਪੈ ਕੇ ਤੇ ਆਪ ਜਪਦੇ ਨੇ। ਨਾਲ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਜਪੋ, ਸਤਨਾਮ ਸਿਮਰਤ ਗੁਣ ਗਹਿ ਹੈ। ਭਾਈ ਬਾਬਕ ਜੀ ਅੱਗੇ ਅੱਗੇ ਬੋਲਦੇ ਨੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇੱਕ ਘੜੀ ਲਗਭਗ ਇਸੇ ਤਰ੍ਹਾਂ ਨਾਮ ਜਪਿਆ ਤੇ ਆਪਣੇ ਪਰਿਵਾਰ ਨੂੰ ਜਪਾਇਆ। ਇਹ ਨਹੀਂ, ਪਰਿਵਾਰ ਦਾ ਮੋਹ ਨਹੀਂ ਸੀ ਕਿ ਸਰੀਰ ਨੂੰ ਛੱਡ ਕੇ ਜਾਣਾ ਤੇ ਇਹਨਾਂ ਦਾ ਕੀ ਬਣੇਗਾ। ਉਹਨਾਂ ਨੂੰ ਹੌਸਲਾ ਪਹਿਲੋਂ ਦਿੱਤਾ ਹੈ। ਸਮਾਂ ਆਇਆ, ਸਤਨਾਮ ਵਾਹਿਗੁਰੂ ਕਹਿੰਦੇ ਹੋਏ ਪਰਿਓ ਬਦਨ ਪਾਰ ਬਸਨ ਸੁਪਾਇਓ, ਤਤ ਤਨ ਕੋ ਸ਼ੋਰ ਸਿਧਾਇਓ। ਸਤਨਾਮ ਵਾਹਿਗੁਰੂ ਦੀ ਆਪਣੀ ਵਾਰੀ ਲਈ ਜਦੋਂ ਪਿੱਛੇ ਪੁੱਤਰ ਘਰ ਵਾਲੀ ਬੋਲਦੀ ਹੈ, ਉਸ ਵੇਲੇ ਮੂੰਹ ਦੇ ਉੱਤੇ ਕੱਪੜਾ ਲਿਆ ਤੇ ਫਿਰ ਜਵਾਰੇ ਵੇਖਦੇ ਨੇ ਕਿ ਹੁਣ ਆਵਾਜ਼ ਆਏਗੀ, ਪਰ ਭਾਈ ਬਾਬਕ ਦੀ ਫਿਰ ਆਵਾਜ਼ ਨਹੀਂ ਆਈ। ਕੱਪੜਾ ਲੈਂਦਿਆਂ ਨਾਲ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ। ਅਪਰ ਜਿਹੂ ਤੇ ਡੂਮ ਕੀ ਜਾਤ, ਸਗਲ ਬੁਲਾਏ ਕਹਿ ਮ੍ਰਿਦ ਬਾਤ। ਕਿਉਂਕਿ ਭਾਈ ਬਾਬਕ ਵੀ ਜਿਹੜੇ ਉਹ ਡੂਮ ਸਨ, ਇਸ ਕਰਕੇ ਜਿਹੜੇ ਸਾਖ ਸੰਬੰਧੀ ਸੁਭਾਵਕ ਉਹ ਵੀ ਲੋਕ ਉਹਨਾਂ ਨੂੰ ਡੂਮ ਕਹਿੰਦੇ ਸਨ, ਸਾਰੇ ਆਏ ਨੇ। ਸੈਨਾ ਮਹਿ ਜੈ ਤੁਰਕ ਹਕਾਰੇ, ਸਭ ਚਲੇ ਆਏ ਬਾਬਕ ਦੁਆਰੇ। ਇਹ ਕਈ ਡੂਮ ਜਿਹੜੇ ਤੁਰਕ ਸੈਨਾ ਦੇ ਵਿੱਚ ਨੌਕਰੀ ਵੀ ਕਰਦੇ ਸਨ, ਉਹਨਾਂ ਦੇ ਸਿਪਾਹੀ ਵੀ ਸਨ, ਉਹ ਵੀ ਆਏ, ਭਾਈ ਬਾਬਕ ਦੇ ਘਰ ਵਿੱਚ ਆਏ ਨੇ। ਕਿਰਿਆ ਮ੍ਰਿਤਕ ਕੇ ਜੇਤਕ ਹੋਏ, ਤਾਕੇ ਸੁਤ ਕਰਵਾਏ ਸੋਏ। ਤੇ ਮਰਨ ਤੋਂ ਬਾਅਦ ਜਿਵੇਂ ਦੀ ਕਿਰਿਆ ਕੀਤੀ ਜਾਂਦੀ ਸੋ ਸਮੇਂ ਭਾਈ ਬਾਬਕ ਦੇ ਵੱਡੇ ਪੁੱਤਰ ਨੇ, ਨਾਲ 3 ਪੁੱਤਰ ਹੋਰ ਨੇ, 4 ਪੁੱਤਰ ਸਨ। ਪੁੱਤਰਾਂ ਨੂੰ ਸਾਰਾ ਕੁਝ ਕਰਵਾਇਆ। ਉੱਪਰ ਪਾਇਓ ਰੁਚਿਰ ਦੁਸਾਲਾ, ਲੈ ਨਿਕਸੇ ਬਾਹਰ ਤਤਕਾਲਾ। ਭਾਈ ਬਾਬਕ ਦੇ ਸਰੀਰ ਨੂੰ ਇਸ਼ਨਾਨ ਕਰਾਇਆ ਗਿਆ, ਉੱਤੇ ਸੋਹਣਾ ਦੁਸ਼ਾਲਾ ਪਾਇਆ, ਲੈ ਕੇ ਘਰ ਤੋਂ ਬਾਹਰ ਨਿਕਲੇ ਨੇ। ਕਬਰ ਖਨਾਏ ਧਰਿਓ ਤਿਸ ਮਾਹੀ, ਦਫਨਾਇਓ ਜਸ ਭਾਖੇ ਤਾਹੀ। ਬਾਹਰ ਜਾ ਕੇ ਕਬਰਸਤਾਨ 'ਚ ਕਬਰ ਪੁੱਟੀ ਗਈ, ਉਹਦੇ ਵਿੱਚ ਸਰੀਰ ਨੂੰ ਪਾ ਕੇ ਦਫਨਾ ਦਿੱਤਾ ਗਿਆ। ਗੁਰ ਪ੍ਰਸੰਨ ਕਰ ਅੰਤ ਸਮੇਂ ਇਹ, ਸ਼ੁਭ ਗਤ ਪਾਈ ਸੰਸੇ ਕੋ ਨਹਿ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਉਂਕਿ ਗੁਰੂ ਸਾਹਿਬ ਨੂੰ ਪ੍ਰਸੰਨ ਕੀਤਾ ਸੀ, ਇਸ ਕਰਕੇ ਭਾਈ ਬਾਬਕ ਨੇ ਅੰਤ ਸਮੇਂ ਜਿਹੜੀ ਹੈ ਉਹ ਸ਼ੁਭ ਗਤੀ ਨੂੰ ਉਹ ਪ੍ਰਾਪਤ ਹੋਏ ਨੇ। ਦੇਖੋ ਸਤਿਗੁਰੂ ਜੀ ਨੇ ਕਿਰਪਾ ਕੀਤੀ। ਭਾਈ ਬਾਬਕ ਇਹ ਮੰਨਿਆ ਜਾਂਦਾ ਕਿ ਭਾਈ ਮਰਦਾਨੇ ਜੀ ਦੇ ਅੰਸ਼ ਵੰਸ਼ ਵਿੱਚੋਂ ਹੀ ਨੇ। ਭਾਈ ਮਰਦਾਨੇ ਦਾ ਜਦੋਂ ਅੰਤਲਾ ਸਮਾਂ ਆਇਆ ਸੀ, ਇਤਿਹਾਸਕਾਰਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਨੇ ਪੁੱਛਿਆ ਸੀ, ਤੈਨੂੰ ਦਫਨਾਈਏ, ਸੰਸਕਾਰ ਕਰੀਏ, ਤੇਰੀ ਕੋਈ ਯਾਦਗਾਰੀ ਬਣਾਈਏ। ਤੇ ਭਾਈ ਮਰਦਾਨੇ ਨੇ ਇਹ ਬੇਨਤੀ ਕੀਤੀ ਸੀ, ਸਤਿਗੁਰੂ ਜੀ ਜਿਵੇਂ ਸਿੱਖਾਂ ਦਾ ਸੰਸਕਾਰ ਕੀਤਾ ਜਾਂਦਾ, ਆਪਣੇ ਹੱਥੀਂ ਸੰਸਕਾਰ ਕਰ ਦਿਓ ਤੇ ਕਬਰਾਂ ਦੀ ਗੱਲ ਨਾ ਕਰਿਓ, ਕਿਉਂਕਿ ਤੁਸੀਂ ਕਿਰਪਾ ਬੜੀ ਕੀਤੀ, ਜਿਉਂਦਿਆਂ ਜੀ ਇਸ ਸਰੀਰ ਦੀਆਂ ਕਬਰਾਂ 'ਚੋਂ ਬਾਹਰ ਕੱਢਿਆ ਹੈ।
तो हुण इट्टां ਦੀਆਂ ਜਾਂ ਮਿੱਟੀ ਦੇ ਕਬਰਾਂ 'ਚ ਕਿਉਂ ਪਾਉਂਦੇ ਜੀ? ਇਹ ਮੰਨਿਆ ਜਾਂਦਾ ਕਿ ਭਾਈ ਮਰਦਾਨੇ ਜੀ ਦਾ ਸੰਸਕਾਰ ਕੀਤਾ ਸੀ। ਇਸ ਕਰਕੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਈ ਬਾਬਕ ਜੀ ਦਾ ਵੀ ਸੰਸਕਾਰ ਹੀ ਕੀਤਾ ਗਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਉਹਨਾਂ ਦੀ ਰੀਤ ਸੀ ਉਦੋਂ ਫਨਾਇਆ ਗਿਆ ਹੈ। ਇਸ ਪ੍ਰਕਾਰ ਕਰ ਤਾਹੇ ਚਲਾਨਾ, ਪਿੱਛੇ ਕਰਿਆ ਕਰੇ ਕੁਲ ਨਾਨਾ। ਇਸ ਤਰ੍ਹਾਂ ਭਾਈ ਬਾਬਕ ਅਕਾਲ ਚਲਾਣਾ ਕਰਕੇ ਉਹਨਾਂ ਦੇ ਪਿੱਛੇ ਜੋ ਕੁਛ ਕਿਰਿਆ ਕੀਤੀ ਜਾਂਦੀ ਸੀ ਕੀਤੀ ਗਈ। ਕੇਤਕ ਦਿਵਸ ਬੀਤੇ ਜਬ ਮਰੇ, ਤਿਸਕੇ ਪੁੱਤਰਨ ਸਭ ਵਿਦ ਕਰੇ। ਹੁਣ ਜਦੋਂ ਕਈ ਦਿਨ ਹੋ ਗਏ ਸਰੀਰ ਛੱਡਿਆ ਨੂੰ, ਪੁੱਤਰਾਂ ਨੂੰ ਸਭ ਕੁਛ ਕੀਤਾ ਜੋ ਕੁਛ ਕਰਨਾ ਸੀ। ਤਬ ਸਤਿਗੁਰ ਆਛੋ ਦਿਨ ਜਾਨ, ਬਿਨਾ ਕੀਰਤਨ ਰਹਿਤ ਦੀਵਾਨ। ਹੁਣ ਜਿੰਨੇ ਦਿਨ ਆਪਾਂ ਜਿਹਨੂੰ ਅੰਤਿਮ ਅਰਦਾਸ ਕਹਿੰਦੇ, ਜਦੋਂ ਤੱਕ ਉਹ ਅੰਤਿਮ ਅਰਦਾਸ ਨਹੀਂ ਹੋਈ, ਗੁਰੂ ਘਰ ਵਿੱਚ ਕੀਰਤਨ ਵੀ ਨਹੀਂ ਹੋਇਆ। ਭਾਈ ਬਾਬਾ ਗੁਰੂ ਘਰ ਦਾ ਕੀਰਤਨੀਆ ਸੀ। ਗੁਰੂ ਸਾਹਿਬ ਜੀ ਨੇ ਹੁਣ ਜਾਣਿਆ ਕਿ ਹੁਣ ਜਿਹੜੀ, ਕਿਉਂਕਿ ਉਹਨਾਂ ਦੇ ਰੀਤ ਹੋਰ ਕੋਈ ਹੋਏਗੀ, ਪਰ ਅੰਤਿਮ ਅਰਦਾਸ ਵੇਲੇ ਹੀ ਦਸਤਾਰ ਦਿੱਤੀ ਜਾਂਦੀ ਸੀ। ਹੁਣ ਕਵੀ ਸੰਤੋਖ ਸਿੰਘ ਨੇ ਇੱਥੇ ਲਿਖ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਨੇ ਦਸਤਾਰ ਭੇਜੀ ਉਸ ਦਿਨ। ਧਨ ਦਸਤਾਰ ਵਿਸਾਲ ਦੁਸ਼ਾਲਾ, ਦੇ ਕਰ ਵਿਪਰਾ ਹਾਥ ਤਬ ਘਾਲਾ। ਵਿਪਰ ਪਾਈ ਜਾਤੀ ਮਲਕ, ਉਹ ਵੀ ਵਿਪਰ ਸਨ, ਬ੍ਰਾਹਮਣ ਸਨ ਜੀ। ਪਾਈ ਜਾਤੀ ਮਲਕ ਨੂੰ ਹੀ ਗੁਰੂ ਸਾਹਿਬ ਨੇ ਇੱਕ ਬੜਾ ਸੋਹਣਾ ਦੁਸਾਲਾ ਤੇ ਇੱਕ ਦਸਤਾਰ ਦਿੱਤੀ ਹੈ ਕਿ ਅੱਜ ਅੰਤਿਮ ਅਰਦਾਸ ਹੈ, ਵੱਡੇ ਪੁੱਤਰ ਨੂੰ ਸਾਡੇ ਵੱਲੋਂ ਦੁਸ਼ਾਲਾ ਦੇਣਾ ਹੈ, ਇਹ ਦਸਤਾਰ ਬੰਨਣੀ ਹੈ। ਚਤੁਰ ਸੁਤਨ ਕੋ ਦੇ ਕਰ ਧੀਰ, ਇਹ ਸਭ ਬਿਨਸਨ ਹਾਰ ਸਰੀਰ। ਭਾਈ ਜਾਤੀ ਮਲਕ ਜੀ ਗਏ, ਕਿਉਂਕਿ ਅੰਤਲਾ ਇਹ ਸਮਾਂ ਸੀ ਔਰ ਇਸ ਤੋਂ ਬਾਅਦ ਕੋਈ ਕਿਰਿਆ ਕੀਤੀ ਨਹੀਂ ਜਾਂਦੀ। ਵੈਸੇ ਸਾਡੀ ਤਾਂ ਮਰਿਆਦਾ ਵਿੱਚ ਲਿਖਿਆ ਹੈ ਨਾ ਕਿ ਅੰਤਿਮ ਅਰਦਾਸ ਤੋਂ ਬਾਅਦ ਮਰ ਚੁੱਕੇ ਪ੍ਰਾਣੀ ਦੇ ਨਿਮਿਤ ਕੋਈ ਵੀ ਕਰਮ ਨਹੀਂ ਕਰਨਾ। ਭਾਵੇਂ ਅਸੀਂ ਵੇਖੋ ਵੇਖੀ ਚਲੋ ਕਰੀ ਜਾਂਦੇ ਨੇ, ਪਰ ਇਹ ਰਹਿਤ ਮਰਿਆਦਾ ਹੈ ਸਾਡੀ। ਭਾਈ ਜਾਤੀ ਮਲਕ ਨੇ ਚਾਰੇ ਪੁੱਤਰਾਂ ਨੂੰ ਸਮਝਾਇਆ, ਧੀਰਜ ਦਿੱਤਾ ਕਿ ਆਪ ਇਹ ਸਿਰ ਪਾਓ ਗੁਰ ਦੀਨਾ, ਸਿਰ ਪਰ ਬੰਦੋ ਪਾਗ ਨਵੀਨਾ। ਵੱਡੇ ਪੁੱਤਰ ਨੂੰ ਹੌਸਲਾ ਦੇ ਕੇ ਕਹਿੰਦੇ ਨੇ ਇਹ ਸਿਰ ਪਾਓ ਗੁਰੂ ਸਾਹਿਬ ਜੀ ਨੇ ਦਿੱਤਾ ਹੈ, ਇਹ ਨਵੀਂ ਦਸਤਾਰ ਹੈ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਹਨੂੰ ਸਿਰ ਤੇ ਬੰਨ੍ਹਣਾ ਕਰੋ। ਤੇ ਨਾਲੇ ਭਾਈ ਜਾਤੀ ਮਲਕ ਜੀ ਨੇ ਕਹਿ ਦਿੱਤਾ ਗੁਰੂ ਸਾਹਿਬ ਦਾ ਹੁਕਮ ਹੈ ਕਿ ਸ਼ੋਕ ਤਜੋ ਅਰ ਭਜੋ ਸੋ ਨਾਮ, ਗੁਰ ਕੋ ਸੇਵ ਬਸੋ ਨਿਜ ਧਾਮ। ਕਿ ਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ, ਅੱਜ ਤੋਂ ਬਾਅਦ ਸ਼ੋਕ ਜਿਹੜਾ ਛੱਡ ਦੇਣਾ ਹੈ। ਮਰ ਚੁੱਕੇ ਪ੍ਰਾਣੀ ਦੇ ਨਿਮਿਤ ਜਾਂ ਕਹਿ ਲਈਏ ਕਿ ਭਾਈ ਬਾਬਕ ਦੇ ਨਿਮਿਤ ਅੱਜ ਤੋਂ ਬਾਅਦ ਸ਼ੋਕ ਨਹੀਂ ਕਰਨਾ। ਘਰ ਦੇ ਵਿੱਚ ਰਹੋ, ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ। ਉੱਪਰ ਸੁੰਦਰ ਲਿਹੋ ਦੁਸ਼ਾਲਾ, ਕਰੋ ਕੀਰਤਨ ਸਭਾ ਵਿਸਾਲਾ। ਤੇ ਵੱਡੇ ਪੁੱਤਰ ਨੂੰ ਫਿਰ ਕਿਹਾ ਦਸਤਾਰ ਬੰਨ੍ਹ ਲਈ ਤੇ ਕਹਿੰਦੇ ਆ ਦਸਾਲਾ ਉੱਤੇ ਲਵੋ, ਇਹਦੀ ਬੁੱਕਲ ਮਾਰੋ ਤੇ ਚਲੋ ਗੁਰੂ ਘਰ ਵਿੱਚ ਜਾ ਕੇ ਆਪਣੇ ਪਿਤਾ ਭਾਈ ਬਾਬਕ ਵਾਲੀ ਸੇਵਾ ਨਿਭਾਓ, ਕੀਰਤਨ ਕਰੋ। ਸੁਣ ਕੈ ਬਾਕ ਦੇਖ ਗੁਰਦਇਆ, ਮਨ ਤੇ ਸ਼ੋਕ ਸਭਨ ਤਜ ਦਇਆ। ਗੁਰੂ ਸਾਹਿਬ ਦੇ ਬਚਨ ਸੁਣ ਕੇ ਸਾਰਿਆਂ ਨੇ ਜਿਹੜੇ ਅੰਦਰ ਦੇ ਸ਼ੋਕ ਸੀ, ਅੰਦਰ ਦਾ ਸ਼ੋਕ ਸੀ, ਉਹਨੂੰ ਦੂਰ ਕੀਤਾ। ਸਭ ਨੂੰ ਧੀਰਜ ਮਿਲਿਆ। ਸਿਰ ਪਰ ਬਾਂਧੇ ਪਾਗ ਬਣਾਏ, ਆਛੇ ਬਸਤਰ ਪਹਿਰ ਹਰ ਖਾਏ। ਭਾਈ ਬਾਬਕ ਦੇ ਵੱਡੇ ਪੁੱਤਰ ਨੇ ਚੰਗੀ ਤਰ੍ਹਾਂ ਸਜਾ ਕੇ ਪੱਗ ਬੰਨੀ, ਨਵੇਂ ਕੱਪੜ ਪਾਏ, ਨਵੇਂ ਬਸਤਰ ਪਾ ਕੇ ਬੜੇ ਖੁਸ਼ ਹੋਏ ਨੇ। ਲੇਕਰ ਸਾਜ ਪਿਤਾ ਸਮ ਗਏ, ਸਭਾ ਵਿਖੇ ਗੁਰ ਦਰਸ਼ਨ ਲਏ। ਤੇ ਆਪਣੇ ਪਿਤਾ ਦੇ ਸਾਜ, ਜਿਹੜੀ ਰਬਾਬ ਹੈ ਉਹ ਆਪਣੇ ਪਿਤਾ ਵਾਲੀ ਲਈ ਹੈ। ਤੇ ਉਸੇ ਤਰ੍ਹਾਂ ਜਾ ਕੇ ਗੁਰੂ ਸਭਾ ਵਿੱਚ ਪਹੁੰਚੇ, ਸਤਿਗੁਰੂ ਦੇ ਜਾ ਕੇ ਦਰਸ਼ਨ ਕੀਤੇ। ਖਰੇ ਹੋਏ ਕੈ ਕਰੇ ਕਲਾਨ, ਗੁਰ ਸਾਹਿਬ ਸੋਢੀ ਸੁਲਤਾਨ। ਭਾਈ ਬਾਬਕ ਦੇ ਪੁੱਤਰ ਨੇ ਜਾ ਕੇ ਪਹਿਲੋਂ ਖਲੋ ਕੇ ਨਮਸਕਾਰ ਕੀਤੀ ਤੇ ਖਲੋਤੇ ਖਲੋਤੇ ਨੇ ਫਿਰ ਗੁਰੂ ਸਾਹਿਬ ਦੀ ਪਹਿਲੋਂ ਸਿਫਤ ਕੀਤੀ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕੀਤਾ। ਜਿਵੇਂ ਆਪਾਂ ਕਥਾ ਸ਼ੁਰੂ ਕਰਨ ਤੋਂ ਪਹਿਲੋਂ 10 ਗੁਰੂ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕਰਨੇ ਨੇ ਜੀ, ਇਸੇ ਤਰ੍ਹਾਂ ਭਾਈ ਬਾਬਕ ਦੇ ਪੁੱਤਰ ਨੇ ਪਹਿਲੋਂ ਮੰਗਲ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ।
श्री गुरु रामदास को पुता दीन दुनी थंब भार खलोता। ये उनका ढंग से सिफत करन दा। कहते श्री गुरु रामदास महाराज जी के पोते जिन्हों ने दीन दुनिया के थंब हो के सारे दीन दुनिया का जिहड़ा भार अपने सिर ते चुकिया है। श्री अर्जन सुत जोधा बले तुरक मार कर कीरत भली। धन गुरु अर्जन देव महाराज जी के सूरबीर योधे पुत्र हो जिन्हों ने कई दुष्टां नूं मार के संसार विच बड़ी शोभा खट्टी। पेरे मेरे को बड़ थंबा पिख पराक्रम सब जगत अचंबा। जेड़े पेरे ते मेरे दे थंब ने जिन्हां नूं वेख के सारा संसार अचंभित रह गया। अचंभे वाली गल्लां सी ना जी कि 1500 सूरबीर योधे होण ते तुरक सेना 1 लाख होवे, सारिਆਂ ਨੂੰ मार के उन्हां चों 1100 फिर भी बच जाना। कहते गुरु पेरे मेरे पेरे दा थंब ने जिन्हां नूं वेख के सारा संसार अचंभित रह गया। मुगल सखान जंग कर मारियो अब्दुल खान जुत चमू संघारियो। जे मुगल सखान 7000 फौज लैके आया वो मारिया गया। अब्दुल खान जेड़ा जलंधर का सूबेदार सी 15000 फौज लैके चढ़िया वो मारिया गया। लल्ला बेग सह कंबर जाते शाहो जहाँ के दाहत छाते। लल्ला बेग कंबर बेग ये जेड़ा है 35000 फौज लैके चढ़िया। 35000 फौज समेत सारे मार मुकाया। इतों तक जेड़ा बादशाह शाहजहाँ है उनकी सरकार नूं हिला के रख दिता। लूण हरामे पैंदा घायो प्रतिपालक सो लरबे आयो। जेड़ा पैंदा खां गुरु घर का लूण खा के नमक हरामी हो गया। 1 लाख सेना लैके चढ़ के आया सी गुरु साहिब जी, तुसी उस लूण हरामी नूं मारिया। अरे ओ नक्षत्र सकल ही मारे मौन शाह पामाने हारे। ते कला पैंदे खा नमक हरामी नूं नहीं, जिन्नी आई सी कोई निड़िया, सारे दे सारे मार मुकाए। इत्थों तक कि बादशाह शाहजहाँ जिहड़ा फिर चुप कर गया, इन्ना डरिया। को गुण रावर के कह शेष शारदा अंत न लहै। भाई बाबक दा पुत्र है तो गुरु साहब की सिफत करता है कि सतगुर जी तुहाडे किहड़े किहड़े गुण नूं कहीए। तुहाडे गुण ते जे शेखनाग ते शारदा भी कहे ना तो वह भी नहीं कह सकते, क्योंकि तुहाडे गुणां दा पारावार ही कोई नहीं। तेरे कवण कवण गुण कह कह गावां। तू साहिब गुणी निधाना, तू तो गुणां दा खजाना है। तुहाडे गुणां नूं बयान नहीं किया जा सकता। गुरजस कह बैठे दरबार लगे कीर्तन करन उधार। गुरु साहिब की सिफत करके मंगल करके खलोते खलोते भाई बाबक का जिहड़ा पुत्र है वो फिर सतगुरु जी नूं नमस्कार करके बैठ गया। फिर सितार कढ़ी है, रबाब कढ़ी, रबाब दे नूं छेड़िया ते कीर्तन जिहड़ा वो शुरू किया। भांत भांत के रागण गाए सभा सहत गुरु लय रिझाए। क्योंकि भाई बाबक का पुत्र है और सुभाविक है जेड़े घर विच राग विद्या हुए वो अगे दे अगे चल जाती है। थोड़ा भी समा देण तो ये विद्या इवें दे के अगे दे अगे चलती है। पर भाई बाबक का पुत्र ने बड़े सोहने कई रागां दे विच जदों कीर्तन किया, गुरु साहब जी बड़े प्रसन्न हुए। सुनने वाली सारी सिख संगत से जी बड़ी प्रसन्न हुई कि अपने पिता वर्गा ही कीर्तन किया है। करे मौज तिन को तत्काला हृदय आनंदत भय विसाला। गुरु साहब जी ने बड़ी कृपा की उस वेले भाई बाबक के पुत्र से, बड़े प्रसन्न हुए ने। इसे भात निज पित के न्याई लगे कीर्तन करन बनाई। कहते इस तरह अपने पिता की तरह ही भाई बाबक के पुत्र जिहड़े ने गुरु घर विच कीर्तन करन लगे। नित आवे गुर के दरबार चौंके करते संज सकार।
ਇਹ ਸਵੇਰੇ ਸ਼ਾਮ ਆ ਕੇ ਗੁਰੂ ਘਰ ਦੇ ਵਿੱਚ ਚੌਂਕੀ ਭਰਦਾ। ਸਵੇਰੇ ਆਸਾ ਕੀ ਵਾਰ ਦੀ ਚੌਂਕੀ ਲੱਗਦੀ ਹੈ, ਸ਼ਾਮ ਨੂੰ ਸੋਧਰ ਦੀ ਚੌਂਕੀ ਲੱਗਦੀ ਹੈ। ਜਦੋਂ ਲੋੜ ਪੈਂਦੀ ਹੈ ਉਦੋਂ ਆ ਕੇ ਕੀਰਤਨ ਕਰਦਾ ਹੈ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਨੰਬਰ 48 ਖਤਮ ਕੀਤਾ। 48 ਅੱਗੇ 49 ਨੰਬਰ ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸਮਾਂ ਬਿਤਾਵਣ ਕੇ ਨੰਬਰੇ ਸ੍ਰੀ ਹਰਿ ਰਾਏ ਪਿੱਖ ਕਰੇ ਸਨੇਹ ਨਵੀਨ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੇ ਵਿੱਚ ਰਹਿ ਕੇ ਕੁਝ ਸਮਾਂ ਬਤੀਤ ਕੀਤਾ ਹੈ ਤੇ ਆਪਣੇ ਪੋਤੇ ਤੇ ਸਾਡੇ ਸਮਰੱਥ ਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਵੇਖ ਕੇ ਗੁਰੂ ਸਾਹਿਬ ਜੀ ਬੜਾ ਹੀ ਸਨੇਹ ਕਰਦੇ ਨੇ। ਆਪਣ ਸਮਾ ਤਨ ਤਜਨ ਪਛਾਨਾ ਬੀਤਤ ਬਾਸਰ ਹੋਏ ਨੇਰਾਨਾ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਾਣਿਆ ਕਿ ਸਾਡਾ ਵੀ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ, ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਸਾਈਂ ਦੀ ਸੱਦ ਹੈ ਤੇ ਜਦੋਂ ਉਹਦੀ ਸੱਦ ਆਵੇ ਉਹਦੇ ਵਿੱਚ ਰੋਕ ਨਹੀਂ ਲਾਉਣੀ ਚਾਹੀਦੀ। ਸਤਿਗੁਰੂ ਜੀ ਵਿਚਾਰ ਕਰਦੇ ਨੇ ਕਿ ਗੁਰਤਾ ਦਈ ਚਾਹੇ ਨਿਜ ਪੁੱਤੇ ਲੱਖ ਕਰ ਧੀਰ ਆਦ ਗੁਣ ਪੁੱਤੇ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪੋਤੇ ਸ੍ਰੀ ਹਰਿ ਰਾਏ ਸਾਹਿਬ ਨੂੰ ਗੁਰਤਾ ਗੱਦੀ ਦੇਣਾ ਚਾਹੁੰਦੇ ਨੇ। ਤੇ ਕਿਉਂ ਲੱਖ ਕਰ ਧੀਰ ਆਦ ਗੁਣ ਪੁੱਤੇ। ਆਪਣੇ ਪੋਤੇ ਦੇ ਸਾਰੇ ਗੁਣ ਦੇਖੇ ਕਿ ਬੜੇ ਧੀਰਜਵਾਨ ਨੇ, ਬੜੇ ਪ੍ਰੇਮ ਦੇ ਵਿੱਚ ਰਹਿਣਗੇ। ਔਰ ਦੇਖੋ ਇੱਕ ਬੇਨਤੀ ਕਰਦੇ ਆ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਤਾਂ ਗੁਰੂ ਸਾਹਿਬ ਜੀ ਜਾਣਦੇ ਨੇ ਕਿ ਸ੍ਰੀ ਤੇਗ ਬਹਾਦਰ ਸਾਹਿਬ ਨੂੰ ਛੱਡ ਕੇ ਪਹਿਲੋਂ ਪੋਤੇ ਨੂੰ ਗੁਰਤਾ ਗੱਦੀ ਦਿੱਤੀ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਨੇ ਪੂਰੀ ਇਹ ਬਿਉਂਤ ਬਣਾਈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਜਿਵੇਂ ਗੁਰੂ ਅਰਜਨ ਦੇਵ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਜ਼ੁਲਮ ਦਾ ਕਲਮ ਦੇ ਨਾਲ ਜਿਹੜਾ ਉਹ ਬਿਆਨ ਕੀਤਾ। ਜਿਹੜੇ ਕਰਮ ਕਾਂਡ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਟਾਕਰਾ ਜਿਹੜਾ ਕੀਤਾ ਉਹ ਆਪਣੀ ਬਾਣੀ ਦੇ ਰਾਹੀਂ ਕੀਤਾ। ਇਹ ਕਹਿ ਲਈਏ ਕਿ 5 ਜਾਮਿਆਂ ਤੱਕ ਗੁਰੂ ਸਾਹਿਬ ਜੀ ਨੇ ਦਲੀਲਾਂ ਤੇ ਅਪੀਲਾਂ ਕੀਤੀਆਂ ਕਿ ਭਾਈ ਜ਼ੁਲਮ ਕਰਨ ਵਾਲਿਓ ਜ਼ੁਲਮ ਤੋਂ ਬਾਜ ਆ ਜਾਓ, ਤੇ ਜੇ ਨਹੀਂ ਆਏ ਤਾਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਹੁਣ ਤੁਸੀਂ ਆਓ, ਤੁਹਾਡਾ ਮੂੰਹ ਵੀ ਭੰਨਾਂਗੇ ਤੇ ਮੇਰੇ ਦੀ ਪੀਰੇ ਦੀਆਂ ਕਿਰਪਾਨਾਂ ਪਾ ਕੇ ਤੁਹਾਡੇ ਸਿਰ ਵੀ ਵੱਢਾਂਗੇ। ਅੱਗੇ ਸਤਿਗੁਰੂ ਜੀ ਨੇ ਪੂਰੀ ਬਿਉਂਤ ਬਣਾਈ ਹੋਏਗੀ ਕਿ ਇਹਨਾਂ ਨੂੰ ਫਿਰ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕਰੀ ਜੇ ਸਮਝਣ, ਤੇ ਜੇ ਨਹੀਂ ਸਮਝੇ ਗੁਰੂ ਸਾਹਿਬ ਜੀ ਜਾਣਦੇ ਸਨ ਕਿ 7ਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਇਹਨਾਂ ਦੇ ਵਿੱਚ ਅਜਰ ਨੂੰ ਜਰਨ ਦੀ ਸਮਤਾ ਹੈ, ਇਹਨਾਂ ਦੇ ਵਿੱਚ ਬੜੀ ਧੀਰਜਤਾ ਹੈ। ਔਰ ਸਤਿਗੁਰੂ ਜੀ ਇਹ ਵੀ ਜਾਣਦੇ ਸਨ ਕਿ ਆਉਣ ਵਾਲੇ ਸਮੇਂ 'ਚ ਫਿਰ ਜੋ ਕੁਛ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਨਾ ਹੋਰ ਕੋਈ ਸ਼ਾਇਦ ਨਹੀਂ ਕਰ ਸਕਦਾ। ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਕਹਿੰਦੇ ਨੇ ਕਿ ਤੇਗ ਬਹਾਦਰ ਸੀ ਕਿਰਿਆ ਕਰੇ ਨਾ ਕਿਨਹੂ ਆਣ। ਇਹ ਲੱਗਦਾ ਕਿ ਗੁਰੂ ਸਾਹਿਬ ਜੀ ਦੀ ਬਿਉਂਤਬੰਦੀ ਸੀ। ਗੁਰੂ ਸਾਹਿਬ ਨੇ ਵਿਚਾਰ ਕੀਤੀ ਹੈ ਕਿ ਗੁਰਤਾ ਗੱਦੀ ਸ੍ਰੀ ਹਰਿ ਰਾਏ ਸਾਹਿਬ ਨੂੰ ਦਿਆਂਗੇ। ਦਿਨ ਪ੍ਰਤਦਾਨ ਦੇਤ ਨਿਜ ਦੇਣ ਦਰਬ ਜਵਾਹਰ ਕੀਮਤ ਪੀਨ। ਹੁਣ ਸਤਿਗੁਰੂ ਜੀ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਨਾਲ ਲੈ ਕੇ ਦਿਨ ਪ੍ਰਤੀ ਦਿਨ ਜਿਵੇਂ ਤੇਗ ਦੀ ਧਾਰ ਵਿਖਾਈ ਸੀ ਉਵੇਂ ਹੁਣ ਸਤਿਗੁਰੂ ਜੀ ਦਾਨ ਦੀ ਧਾਰ ਵੀ ਵਿਖਾਉਂਦੇ ਨੇ ਕਿ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਖੁੱਲ੍ਹਾ ਰੱਜ ਕੇ ਦਾਨ ਦਿੰਦੇ ਨੇ। ਜਿੰਨੀ ਕਿਸੇ ਨੂੰ ਜਿੰਨਾ ਕੋਈ ਮੰਗਦਾ ਉਸ ਤੋਂ ਵੱਧ ਦਿੰਦੇ ਨੇ। ਬਰਨ ਕੇ ਬਸਤਰ ਨਵੀਨ ਬਲੀ ਤੁਰੰਗ ਪਾਈ ਕਰ ਜ਼ੀਨ। ਤੇ ਖਾਸ ਕਰਕੇ ਜਿਹੜੇ ਗੁਰੂ ਘਰ ਦੇ ਸਿਫਤ ਸਲਾਹਾਂ ਕਰਨ ਵਾਲੇ ਸਨ, ਜਿਹੜੇ ਕਵੀ ਸਨ, ਵਿਦਵਾਨ ਸਨ, ਢਾਡੀ ਸਨ, ਉਹਨਾਂ ਨੂੰ ਗੁਰੂ ਸਾਹਿਬ ਜੀ ਬਹੁਤ ਕੀਮਤੀ ਬਸਤਰ, ਬਹੁਤ ਕੀਮਤੀ ਤੇ ਬਲਵਾਨ ਜਿਹੜੇ ਘੋੜੇ ਨੇ ਉਹ ਬਖਸ਼ਦੇ ਸਨ। ਗੁਰ ਘਰ ਤੇ ਪੂਰਬ ਖਰ ਧਾਰਾ ਕਰਵਾਰਣ ਕੇ ਬਹੀ ਉਧਾਰਾ। ਇੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿਉਂਕਿ ਗੁਰੂ ਜੀ ਦੇ ਹੱਥਾਂ ਦੇ ਨਾਲ ਜਿਵੇਂ ਪਹਿਲਾਂ
ਤਿੱਖੀਆਂ ਤਲਵਾਰਾਂ ਦੀ ਧਾਰ ਬਹੁਤ ਚੱਲੀ। ਇਸੇ ਤਰ੍ਹਾਂ ਕਹਿੰਦੇ ਨੇ ਜਿਸੇ ਪਾਏ ਕਾਇਰ ਬਹਿ ਗਏ, ਤਰ ਕਰ ਸੂਰ ਸੁਰਗ ਕੋ ਗਏ, ਕਿ ਜਿਹੜੇ ਧਾਰ ਦੇ ਅੱਗੇ ਕਾਇਰ ਡਰਪੋਕ ਦੁਸ਼ਟ ਜਿਹੜੇ ਨੇ ਉਹ ਬਹਿ ਗਏ। ਬਹੁਤ ਸਾਰੇ ਮਾਰੇ ਗਏ ਜਿਹੜੇ ਗੁਰੂ ਸਾਹਿਬ ਦੇ ਹੱਥਾਂ ਤੋਂ ਮਾਰੇ ਗਏ, ਭਾਵੇਂ ਉਹ ਦੁਸ਼ਟ ਸਨ, ਪਰ ਕਵੀ ਸੰਤੋਖ ਸਿੰਘ ਲਿਖਦੇ ਨੇ ਉਹ ਦੁਸ਼ਟ ਵੀ ਤਰ ਕਰ ਸੂਰ ਸੁਰਗ ਕੋ ਗਏ, ਗੁਰੂ ਸਾਹਿਬ ਦੇ ਹੱਥੋਂ ਮਰੇ, ਇਸ ਕਰਕੇ ਗਏ ਤੇ ਚੰਗੀ ਥਾਂ ਤੇ ਹੋਣੇ ਨੇ। ਤਥਾ ਦਾਨ ਦਾਰਾ ਗੁਰ ਘਰ ਕੇ, ਨਿਸ ਦਿਨ ਚਲੇ ਜਾਤ ਇੱਕ ਸਰ ਕੇ। ਕਹਿੰਦੇ ਤਥਾ ਦਾਨ ਦਾਰਾ ਗੁਰ ਕਰ ਕੀ, ਕਰ ਕਹਿੰਦੇ ਨੇ ਹੱਥ ਨੂੰ। ਜਿਵੇਂ ਕਿਰਪਾਨ ਦੀ ਧਾਰ ਚੱਲੀ ਸੀ, ਉਵੇਂ ਗੁਰੂ ਸਾਹਿਬ ਦੇ ਹੱਥਾਂ ਨਾਲ ਹੁਣ ਦਾਨ ਦੀ ਧਾਰ ਚੱਲਦੀ ਹੈ। ਤੇ ਨਿਸ ਦਿਨ ਚਲੇ ਜਾਤ ਇੱਕ ਸਰ ਕੀ, ਦਿਨ ਰਾਤ ਇੱਕੋ ਜਿਹੀ ਇਹ ਦਾਨ ਦੀ ਧਾਰ ਚੱਲਦੀ ਹੈ। ਜਿਹੜਾ ਵੀ ਆਉਂਦਾ ਹੈ ਜਾਚਕ, ਜਿਹੜਾ ਵੀ ਆਉਂਦਾ ਗੁਰੂ ਸਾਹਿਬ ਦੀ ਝੋਲੀਆਂ ਭਰਦੇ ਨੇ। ਦੀਨਣ ਕੋ ਦਾਰਦ ਬਹਿ ਗਇਓ, ਦਸਹੂੰ ਦਿਸ ਜਸ ਤੇ ਭਰ ਗਇਓ। ਜਿਹੜੇ ਗਰੀਬ ਨੇ ਉਹਨਾਂ ਦੇ ਗਰੀਬੀਆਂ ਕੱਟੀਆਂ ਗਈਆਂ। ਗੁਰੂ ਸਾਹਿਬ ਤੋਂ ਇੰਨੀਆਂ ਬਖਸ਼ਿਸ਼ਾਂ ਮਿਲੀਆਂ ਕਿ ਗੁਰੂ ਸਾਹਿਬ ਦਾ ਜਸ ਦਸਾਂ ਦਿਸ਼ਾਵਾਂ ਦੇ ਵਿੱਚ ਫੈਲ ਗਿਆ, ਕਿ ਗੁਰੂ ਸਾਹਿਬ ਜੀ ਤੋਂ ਜੋ ਅੱਜ ਮੰਗੀ ਉਹੀ ਦਿੰਦੇ ਨੇ। ਅਧਿਕ ਦਾਰ ਦੇ ਜੇ ਚਲੇ ਆਵੇਂ, ਪਹਿਰ ਭੂਖਣ ਤੁਰੰਗ ਨਚਾਵੇਂ। ਇੱਥੋਂ ਤੱਕ ਜਿਹੜੇ ਇੰਨੇ ਗਰੀਬ ਹੁੰਦੇ ਸਨ ਜਿਨ੍ਹਾਂ ਨੂੰ ਖਾਣ ਵਾਸਤੇ ਰੋਟੀ ਨਹੀਂ ਸੀ ਮਿਲਦੀ, ਪਾਉਣ ਵਾਸਤੇ ਬਸਤਰ ਜਿਹੜੇ ਨਹੀਂ ਸਨ ਮਿਲਦੇ, ਉਹ ਗੁਰੂ ਘਰ ਦੇ ਵਿੱਚ ਆਉਂਦੇ ਨੇ ਤੇ ਗਹਿਣੇ ਪਾ ਕੇ, ਸੋਹਣੇ ਕੱਪੜੇ ਪਾ ਕੇ, ਤੇ ਕੀਮਤੀ ਜਿਹੜੇ ਘੋੜੇ ਉਹਨਾਂ ਕਦੇ ਸੋਚਿਆ ਵੀ ਨਹੀਂ ਹੋਣਾ, ਲੱਖ ਲੱਖ ਰੁਪਏ, ਸਵਾ ਸਵਾ ਲੱਖ ਰੁਪਏ ਦਾ ਘੋੜਾ, ਉਹ ਨਚਾਉਂਦੇ ਹੋਏ ਘਰਾਂ ਨੂੰ ਜਾਂਦੇ ਨੇ। ਜਬ ਆਪਣੇ ਘਰ ਪਹੁੰਚੇ ਜਾਏ, ਸਣ ਬੰਦੇ ਜੇ ਹੈ ਸਮੁਦਾਏ। ਤੇ ਇਵੇਂ ਦੇ ਗਰੀਬ ਜਿਹੜੇ ਹਰ ਵੇਲੇ ਪਾਟੇ ਹੋਏ ਮੈਲੇ ਕੱਪੜੇ ਪਾਉਣ ਵਾਲੇ, ਸੋਹਣੇ ਕੱਪੜੇ ਪਾ ਕੇ, ਤੇ ਘੋੜੇ ਦਾ ਜਿਹਨਾਂ ਸੁਪਨਾ ਵੀ ਨਹੀਂ ਲਿਆ ਹੁੰਦਾ, ਤੇ ਘੋੜਾ ਵੀ ਉਹ ਜਿਹਨੂੰ ਅੱਜ ਕੀ ਕਿ ਏਡੀ ਵੱਡੀ ਗੱਡੀ, ਏਡੀ ਵੱਡੀ ਗੱਡੀ ਜਾਂ ਘੋੜਾ ਲੈ ਕੇ ਜਦੋਂ ਘਰ ਜਾਂਦਾ, ਜਿਹੜੇ ਉਹਦੇ ਸਾਕ ਸੰਬੰਧੀ ਰਿਸ਼ਤੇਦਾਰ ਪਿੰਡ ਵਾਲੇ ਨੇ। ਤਿੰਨ ਤੇ ਤੁਰਕ ਨਾ ਹੋਏ ਚਿਨਾਰੇ, ਦੇਸ ਬੇਸ ਕੋ ਦੇਹ ਵਿਸਾਰੇ। ਉਹਨਾਂ ਤੋਂ ਪਹਿਚਾਣ ਨਹੀਂ ਹੁੰਦੀ ਕਿ ਉਹੀ ਹੋ ਸਕਦਾ ਹੈ। ਘੋੜੇ ਤੇ ਚੜ੍ਹਿਆ ਹੋਵੇ, ਸੋਹਣੇ ਕੱਪੜੇ ਪਾਉਣੇ, ਕੋਈ ਧਿਆਨ ਹੀ ਨਹੀਂ ਦਿੰਦਾ ਕਿ ਉਹ ਹੋ ਸਕਦਾ ਸਾਡਾ ਰਿਸ਼ਤੇਦਾਰ ਹੋ ਸਕਦਾ ਹੈ। ਸਮਝਦੇ ਨੇ ਕੋਈ ਤੁਰਕ ਹੈ, ਸਮਝਦੇ ਨੇ ਕੋਈ ਬੜਾ ਸ਼ਾਹੂਕਾਰ ਜਾਂ ਕੋਈ ਰਾਜਾ ਹੈ। ਕੇਤਕ ਸੈਨ ਬਣਾਏ ਸਿਧਾਵੇਂ, ਬੜੇ ਮੋਲ ਪੱਟ ਤੁਰੰਗ ਲਿਜਾਵੇਂ। ਕਈਆਂ ਨੂੰ ਤੇ ਗੁਰੂ ਸਾਹਿਬ ਜੀ ਨਾਲ ਸੈਨਾ ਵੀ ਦੇ ਦਿੰਦੇ ਨੇ ਕਿ ਅੱਜ ਤੱਕ ਜਿਹਨੇ ਗਰੀਬੀ ਦੇ ਵਿੱਚ ਕੱਟੀ, ਇਹ ਸੈਨਾ ਵੀ ਲੈ ਜਾਏ, ਤੇਰੇ ਕੋਲ ਇੰਨੀ ਸਮਰੱਥਾ ਹੋਏਗੀ, ਇਹਨਾਂ ਦੀ ਤਨਖਾਹਾਂ ਵੀ ਤੂੰ ਦੇਂਗਾ। ਕੀਮਤੀ ਕੱਪੜੇ, ਕੀਮਤੀ ਘੋੜੇ ਦਿੰਦੇ ਨੇ। ਤਿੰਨਹੂ ਹੇਰ ਕਰ ਜੇ ਲਘੂ ਗ੍ਰਾਮ, ਭਾਜੇ ਤਿਆਗ ਭਰੇ ਤੜ ਧਾਮ। ਤੇ ਜਦੋਂ ਉਹ ਕਈ ਵਾਰੀ ਆਪਣੀ ਸੈਨਾ ਲੈ ਕੇ ਆਪਣੇ ਘਰ ਨੂੰ ਜਾਂਦਾ ਹੈ, ਉਹਨੂੰ ਵੇਖ ਕੇ ਜਿਹੜੇ ਨਾਲ ਦੇ ਪਿੰਡ ਜਿੱਥੋਂ ਲੰਘਦੇ, ਕਈ ਆਪਣੇ ਭਰੇ ਭਰਾਏ ਘਰ ਛੱਡ ਕੇ ਭੱਜ ਜਾਂਦੇ ਨੇ। ਤੇ ਜਦੋਂ ਭੱਜਦੇ ਨੇ ਕਿ ਸ਼ਾਇਦ ਕੋਈ ਧਾੜਵੀ ਆ ਗਏ, ਕੋਈ ਲੁੱਟਣ ਵਾਸਤੇ ਆ ਗਏ। 300 ਉੱਚੇ ਕਹੇ ਸੁਣਾਏ, ਹਮਕੋ ਦੇਖਤ ਨਹੀਂ ਭੁਲਾਏ। ਤੇ ਉਹ ਜਿਹੜਾ ਹੈ ਉੱਚੀ ਆਵਾਜ਼ ਵਿੱਚ ਉਹਨਾਂ ਨੂੰ ਕਹਿੰਦਾ, ਪਿੰਡ ਵਾਲਿਓ ਮੈਨੂੰ ਵੇਖ ਕੇ ਭੱਜੋ ਨਾ, ਮੈਂ ਕੋਈ ਧਾੜਵੇ, ਕੋਈ ਰਾਜਾ, ਕੋਈ ਡਾਕੂ ਚੋਰ ਨਹੀਂ, ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਫਲਾਣਾ ਹਾਂ। ਸ੍ਰੀ ਹਰਗੋਬਿੰਦ ਜੋ ਦਾ ਭਾਰੇ, ਹਮ ਤਿਸਕੇ ਚੱਲ ਜਾਹੇ ਭਿਖਾਰੀ। ਕਹਿੰਦੇ ਮੈਂ ਉਹੀ ਭਿਖਾਰੀ ਆ, ਪਾਟੇ ਕੱਪੜਿਆਂ ਵਾਲੀ, ਪਰ ਇਹ ਭਿਖਾਰੀ ਅੱਜ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ 'ਤੇ ਗਿਆ, ਉੱਥੇ ਜਾ ਕੇ ਭੀਖ ਮੰਗੀ। ਜੋ ਜਿਸ ਸਮੇਂ ਆਏ ਜਸ ਕਹੈ, ਦਰਬ ਤਰੰਗ ਬਸਨ ਕੋ ਲਹੈ। ਤੇ ਜਿਹੜੇ ਡਰਦੇ ਹੋਏ ਭੱਜਦੇ ਸਨ, ਉਹ ਫਿਰ ਭੱਜਣੋਂ ਰੁਕੇ ਨਹੀਂ, ਸਗੋਂ ਭੱਜੇ ਤੇ ਕੀਰਤਪੁਰ ਸਾਹਿਬ ਆ ਗਏ। ਸੁਣ ਕੇ ਆ ਗਏ ਕਿ ਇਹ ਸਾਨੂੰ ਵੀ ਕੁਝ ਮਿਲੇ। ਔਰ ਗੁਰੂ ਸਾਹਿਬ ਨੇ ਸਭ 'ਤੇ ਕਿਰਪਾ ਕੀਤੀ, ਸਭ ਨੂੰ ਜੋ ਕੁਛ ਆਇਆ ਲੈਣ ਵਾਸਤੇ ਸਭ ਨੂੰ ਦਿੱਤਾ। ਅਬਦੁਲ ਨੱਥਾ ਰਣ ਕੀ ਵਾਰ, ਕਰੇ ਬਣਾਵਣ ਸਗਲ ਸੁਧਾਰ। ਉੱਥੇ ਗੁਰੂ ਸਾਹਿਬ ਦੀ ਸਿਫਤ ਕਰਨ ਵਾਲੇ ਭਾਈ ਅਬਦੁਲ ਤੇ ਨੱਥਾ ਇਹ ਵੀ ਆਏ ਨੇ, ਗੁਰੂ ਸਾਹਿਬ ਤੋਂ ਮੰਗਣ ਆਏ ਨੇ। ਇਹਨਾਂ ਨੇ ਆ ਕੇ ਗੁਰੂ ਸਾਹਿਬ ਨੇ ਜਿਵੇਂ ਜਿਵੇਂ ਜੰਗਾਂ ਕੀਤੀਆਂ, ਇਹਨਾਂ ਨੇ ਆ ਕੇ ਕਿਸੇ ਜੰਗ ਦਾ, ਗੁਰੂ ਸਾਹਿਬ ਦੀ ਵਡਿਆਈ ਦਾ ਐਨ ਪੂਰੀ ਵਾਰ ਬਣਾ ਕੇ ਗਈ
ਔਰ ਜਿਵੇਂ ਗਾਈ ਜਿਵੇਂ ਫਿਰ ਇਹ ਢਾਡੀ ਵਾਰਾਂ ਆਰੰਭ ਹੋਈਆਂ, ਇਹ ਭਾਈ ਅਬਦੁਲ ਨੱਥੇ ਤੋਂ ਚੱਲੀਆਂ ਸਨ। ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ